ਸਵਾਗਤ। ਮੈਂ ਹਰਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਚੱਲਿਆ। 3 ਘੰਟੇ ਬਾਅਦ ਲੰਚ ਤੇ ਤਾਜ ਹੋਟਲ, ਚੰਡੀਗੜ੍ਹ ਦਾ ਲਗਜ਼ਰੀ ਹੋਟਲ, ਉੱਥੇ ਮਿਲੇ ਕੈਪਟਨ ਅਮਰਿੰਦਰ ਸਿੰਘ ਕਾਫੀ ਸਾਰੇ ਲੀਡਰਾਂ ਨੂੰ, ਨੇਤਾਵਾਂ ਨੂੰ, ਆਪਣੇ ਧੜੇਤਿਆਂ ਨੂੰ। ਗੱਲ ਖੁਸ਼ਗਵਾਰ ਮਾਹੌਲ ਚ ਅੱਗੇ ਵੱਧਦੀ ਰਹੀ ਤੇ ਉਸੇ ਹੀ ਸਮੇਂ ਦੇ ਵਿੱਚ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ, ਜਿਹੜੀ ਕਦੇ ਪਹਿਲਾਂ ਵੀ ਉੱਠਦੀ ਰਹੀ। ਲੇਕਿਨ ਨਾਲ ਦੀ ਨਾਲ ਹੀ ਜਦੋਂ ਕਨਸੋ ਬਾਹਰ ਆਈ ਤਾਂ ਦੋ ਵਜ਼ੀਰਾਂ ਨੇ ਚਿੱਠੀ ਲਿਖਤੀ, ਆਖੇ ਕੈਪਟਨ ਸਾਹਿਬ ਜ਼ਿਲ੍ਹਾ ਬਣਾਓ, ਬਹੁਤ ਇਤਿਹਾਸਕ ਹੈ। ਇੱਕ ਦਿਨ ਦੀ ਚੁੱਪੀ ਤੋਂ ਬਾਅਦ ਅੱਜ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੋ ਵਜ਼ੀਰਾਂ ਨੂੰ, ਜਿਨ੍ਹਾਂ ਨੂੰ ਬਾਗੀ ਕਹਿ ਲਓ, ਨਾਰਾਜ਼ ਕਹਿ ਲਓ, ਉਹਨਾਂ ਨੂੰ ਸੀਪ ਲਾਤੀ। ਇੱਕ ਤਰ੍ਹਾਂ ਨਾਲ ਰਗੜਾ ਬੰਨਤਾ ਵੀ ਤੁਸੀਂ ਚਿੱਠੀ ਲਿਖੀ ਆ, ਲੇਕਿਨ ਅਸੀਂ ਤਾਂ ਪਹਿਲਾਂ ਹੀ ਗੱਲ ਕਰ ਰਹੇ ਸੀ, ਤੁਹਾਨੂੰ ਚਿੱਠੀ ਲਿਖਣ ਦੀ ਕੀ ਲੋੜ ਸੀ? ਅੱਗੇ ਤਾਂ ਮਿਲਦੇ ਮੁਲਦੇ ਰਹੇ, ਕਦੇ ਪਹਿਲਾਂ ਤਾਂ ਰੱਖਿਆ ਨਾ। ਜਦੋਂ ਹੁਣ ਲੋਕਾਂ ਦੀ ਮੰਗ ਤੇ ਅਸੀਂ ਵਿਚਾਰ ਕਰ ਹੀ ਰਹੇ ਸੀ ਤੇ ਤੁਹਾਡੀ ਚਿੱਠੀ ਦੀ ਤੁੱਕ ਕੀ ਬਣਦੀ ਆ? ਮੈਨੂੰ ਲੱਗਦਾ ਸਿਆਸਤ ਦੇ ਵਿੱਚ ਇਦਾਂ ਦਾ ਸ਼ੀਸ਼ੇ ਵਿਖਾਏ ਜਾਂਦੇ ਆ। ਦਿਲਚਸਪ ਹੈ, ਇਹਦੇ ਉੱਤੇ ਗੱਲ ਕਰਦੇ ਆ, ਕਿਉਂਕਿ ਪਿਛਲੇ ਦਿਨਾਂ 'ਚ ਇੱਕ MLA ਸਮਝੌਤਾ ਐਕਸਪ੍ਰੈਸ ਤੇ ਵੀ ਚੜਿਆ ਫਿਰਦਾ ਸੀ। ਫਿਰ ਉਹ ਸਮਝੌਤਾ ਕਿੱਥੇ ਜਾ ਕੇ ਅਟਕਿਆ, ਉਹਦੇ ਤੇ ਵੀ ਗੱਲ ਕਰਦੇ ਆ। ਔਰ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਮਾਝੇ ਦੇ ਵਿੱਚ ਉੱਤੇ ਰੱਖਣ ਲਈ ਕੈਪਟਨ ਅਮਰਿੰਦਰ ਸਿੰਘ ਸਟੇਟਮੈਂਟ ਜਾਰੀ ਕਰ ਦਿੰਦੇ ਆ। ਅਜੇ ਲੜਾਈ ਮੁੱਕੀ ਨਹੀਂ, ਦਿਲਚਸਪ ਦੌਰ 'ਚ ਦਾਖਲ ਹੋ ਗਈ ਆ। ਕਾਂਗਰਸੀ ਵਿਰੋਧੀਆਂ ਨਾਲ ਲੜਨ ਦੀ ਬਜਾਏ ਆਪੋ 'ਚ ਲੜਦੇ ਆ। ਇਹ ਬੜਾ ਸੋਹਣਾ ਮਸਲਾ ਹੈ। ਕਦੇ ਕਦੇ ਕਹਿੰਦੇ ਆ ਕਿ ਜਦੋਂ ਨੰਗੇ ਹੁੰਦੇ ਆ ਭੇਦ, ਇਦਾਂ ਹੀ ਹੁੰਦੇ ਆ, ਨਹੀਂ ਤਾਂ ਪਰਦਾਦਾਰੀਆਂ ਇਦਾਂ ਦੀਆਂ ਕੋਈ ਕਦੇ ਨਹੀਂ ਕਿਸੇ ਨੂੰ ਦੱਸਦਾ ਕਿ ਅੰਦਰ ਕੀ ਚੱਲਦਾ, ਹਮਾਮ 'ਚ ਕੀ ਕੁਛ ਆ। ਲੇਕਿਨ ਕਰਨਾਲ ਦੇ ਵਿੱਚ ਅਸਮੰਜਸ ਹੈ। ਕੱਲ ਨੂੰ ਕਾਫੀ ਸਾਰੀਆਂ ਸਰਵਿਸਿਸ ਬ੍ਰੇਕ ਤੇ ਨੇ। ਕਿਸਾਨਾਂ ਨੇ ਮਹਾਪੰਚਾਇਤ ਸੱਦੀ ਆ, ਪ੍ਰਸ਼ਾਸਨ ਬਹੁਤ ਚੁਸਤ ਹੋ ਗਿਆ। ਧਾਰਾ 144 ਭਾਸਕਰ ਸਾਹਿਬ ਦੱਸ ਰਹੇ ਸੀ ਮੈਨੂੰ ਲਾਤੀ ਗਈ ਹੈ, ਮੈਂ ਖਬਰ ਤਾਂ ਨਹੀਂ ਪੜ੍ਹੀ। ਲੇਕਿਨ ਜੇਕਰ ਇੰਜ ਦਾ ਮਾਹੌਲ ਆ, ਟਕਰਾਅ ਬਣਦਾ ਹੈ, ਕੋਈ ਮੰਦਭਾਗਾ ਨਾ ਵਾਪਰੇ। ਲੇਕਿਨ ਮੁੜ ਕੇ ਆਵਾਂ ਭਾਸਕਰ ਸਾਹਿਬ, ਦੋ ਵਜ਼ੀਰਾਂ ਨੂੰ ਸ਼ੀਸ਼ਾ ਵਿਖਾਤਾ ਕਪਤਾਨ ਨੇ, ਲੜਾਈ ਛੱਡਦੇ ਨਹੀਂ, ਜਿੱਦ ਪੂਰੀ ਆ। ਗੱਲ ਕਿਤੇ ਕਿਸੇ ਟਿਕਾਣੇ ਮੁੱਕੂ, ਕੀ ਕਹਿੰਦੇ ਹੋ? ਦੇਖੋ, ਗੱਲ ਤੇ ਟਿਕਾਣੇ ਮੁੱਕੂ ਹੀ ਮੁੱਕੂ। ਦੋ ਵਜ਼ੀਰਾਂ ਨੇ 2 ਦਿਨ ਪਹਿਲੇ ਚਿੱਠੀ ਲਿਖੀ ਸੀਗੀ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਓ, ਔਰ ਸਮਾਂ ਮੰਗਿਆ ਸੀ ਮਿਲਣ ਦਾ। ਔਰ ਅਸੀਂ ਜਦ ਇਸ ਪ੍ਰੋਗਰਾਮ ਦੇ ਰਾਹੀਂ ਗੱਲ ਕਰ ਰਹੇ ਸੀਗੇ ਕਿ ਉਹ ਸਮਾਂ ਇਸ ਕਰਕੇ ਨਹੀਂ ਮੰਗਿਆ ਕਿ ਸਿਰਫ ਮਿਲਣ ਦਾ, ਨਾਲ ਦੇ ਨਾਲ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਸੀ ਉਸ ਮਿਲਣ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਕੁਝ ਐਦਾਂ ਵੀ ਹੋ ਸਕਦਾ ਹੈ ਜਿਹਦੇ ਕਰਕੇ ਜਿਹੜੀ ਦੁਸ਼ਮਣੀਆਂ, ਸ਼ਰੀਕਾਪਨ ਜਿਹੜਾ ਸੀਗਾ, ਉਹ ਆਪਣੇ ਆਪ ਵਿੱਚ ਦੋਸਤੀ ਦੇ ਵਿੱਚ ਕੁਝ ਬਦਲੇ। ਪਰ ਕੈਪਟਨ ਸਾਹਿਬ ਨੇ ਅੱਜ ਜਿੱਦਾਂ ਕਹਿੰਦੇ ਆ ਤਾਸ਼ 'ਚ ਸੀਪ ਲਾਤੀ। ਉਹਨਾਂ ਨੇ ਬਟਾਲੇ ਨੂੰ ਡਿਸਟ੍ਰਿਕਟ ਬਣਾਉਣ ਦੀ ਮੰਗ ਦੇ ਉੱਤੇ ਨਾਲ ਦੇ ਨਾਲ ਕਹਿੰਦੇ ਵੀ ਇਹ ਮੰਗ ਤੇ ਮੇਰੇ ਤੋਂ ਪਹਿਲੇ ਹੀ ਹੋ ਚੁੱਕੀ ਹੈ। ਔਰ ਉਹਨਾਂ ਨੇ ਨਾਂ ਵੀ ਲਿੱਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ, ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੇਰੇ ਤੋਂ ਇਹ ਮੰਗ ਕਰ ਚੁੱਕੇ ਨੇ ਔਰ ਇਸ ਮੰਗ ਨੂੰ ਪੂਰੀ ਕਰਨ ਦੇ ਵਾਸਤੇ ਤਕਰੀਬਨ ਮੈਂ ਪੂਰੀ ਕਵਾਇਦ ਕਰ ਰਿਹਾ, ਔਰ ਹੋ ਸਕਦਾ ਹੈ ਬੜੀ ਛੇਤੀ ਇਸ ਮੰਗ ਨੂੰ ਪੂਰਾ ਵੀ ਕੀਤਾ ਜਾ ਸਕੇ। ਪਰ ਨਾਲ ਦੇ ਨਾਲ ਇਹ ਵੀ ਗੱਲ ਕਹੀ, ਜੇ ਕਿਤੇ ਮੈਨੂੰ ਮਿਲ ਲੈਂਦੇ, ਜੇ ਕਿਤੇ ਮੈਨੂੰ ਪਹਿਲੇ ਇਸ ਮੁੱਦੇ ਦੇ ਬਾਰੇ 'ਚ ਗੱਲ ਕਰ ਲੈਂਦੇ ਤੇ ਉਹਨਾਂ ਨੂੰ ਚਿੱਠੀ ਲਿਖਣ ਦੀ ਵੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਤੇ ਆਪਾਂ ਬੜੀ ਛੇਤੀ ਕਰਨ ਵਾਲੇ ਹਾਂ। ਹੁਣ ਇਹਦੇ ਵਿੱਚ ਗੱਲ ਅੰਦਰ ਦੀ ਗੱਲ ਹੈ ਵੇ, ਮੰਤਰੀ ਮਿਲਣਾ ਚਾਹੁੰਦੇ ਨੇ, ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੇ ਨੇ। ਉਹਨਾਂ ਨੇ ਇਹ ਚਿੱਠੀ ਲਿਖੀ ਤਦ ਜਦ ਉਹਨਾਂ ਦੀ ਨਾਰਾਜ਼ਗੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੁੱਲ੍ਹੇ ਤੌਰ ਤੇ ਬਾਹਰ ਆਈ। ਇੱਥੇ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਸਾਨੂੰ ਇਸ ਮੁੱਖ ਮੰਤਰੀ ਤੇ ਯਕੀਨ ਨਹੀਂ ਹੈ, ਇਹ ਮੁੱਖ ਮੰਤਰੀ ਸਾਡੀ ਜਾਂ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਦਾ। ਔਰ ਇਹ ਕਹਿ ਕੇ ਉਹ ਦੇਹਰਾਦੂਨ ਵੱਲ ਗੱਡੀ 'ਚ ਚੜ ਗਏ ਸੀਗੇ। ਦੇਹਰਾਦੂਨ ਤੋਂ ਬਿਰੰਗ ਲੋਟੇ, ਦਿੱਲੀ ਵੀ ਕਹਿੰਦੇ ਗਏ ਸੀਗੇ। ਦਿੱਲੀ ਵੀ ਕੋਈ ਉਹਨਾਂ ਦੀ ਗੱਲ ਨੂੰ ਕਿਸੇ ਨੇ ਕੋਈ ਹਵਾ ਨਹੀਂ ਦਿੱਤੀ। ਹਰੀਸ਼ ਰਾਵਤ ਉਹਨਾਂ ਇੱਥੇ ਆਏ, ਹਰੀਸ਼ ਰਾਵਤ ਨੂੰ ਉਹ ਨਹੀਂ ਮਿਲੇ ਔਰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਤੇ ਨਾਲ ਅੰਦਰ ਦੀ ਗੱਲ ਤੇ ਇਹ ਵੀ ਚੱਲਦੀ ਹੈ ਕਿ ਸ਼ਾਇਦ ਇਹਨਾਂ ਦਾ ਕੋਈ ਪਲਾਨ ਹੋ ਸਕਦਾ ਹੈ, ਜਿੱਦਾਂ ਹਰ ਸਿਆਸੀ ਬੰਦਾ ਆਪਣਾ ਪਲਾਨ A, ਪਲਾਨ B ਤਿਆਰ ਕਰਦਾ ਹੈ। ਇਹਨਾਂ ਨੇ ਕੋਈ ਪਲਾਨ B ਤਿਆਰ ਕੀਤਾ ਹੋਏ ਔਰ ਪਲਾਨ B ਦੇ ਹਿਸਾਬ ਨਾਲ ਇਹ ਚਿੱਠੀ ਲਿਖ ਕੇ ਬਟਾਲੇ ਦੇ ਵਿੱਚ ਜਿਹੜੀ ਉਹਨਾਂ ਦੀ ਰਾਜਨੀਤਿਕ ਜ਼ਮੀਨ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਖਰਾਬ ਕਰਤਾ। ਅਸ਼ਵਨੀ ਸ਼ੇਖਰੀ ਦੇ ਥਾਪੀ ਲਾਈ, ਹੁਣ ਬਾਜਵਾ ਸਾਹਿਬ ਵੀ ਉੱਥੇ ਆਪਣੇ ਬੰਦਿਆਂ ਨੂੰ ਲਾਏ ਫਿਰਦੇ ਨੇ। ਹੁਣ ਲੱਗਦਾ ਹੈ ਕਿ ਵੀ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਵਾਸਤੇ ਬਟਾਲੇ ਦੀ ਰਾਜਨੀਤਿਕ ਜ਼ਮੀਨ ਬੰਜਰ ਹੋ ਗਈ ਹੈ। ਉਸ ਜ਼ਮੀਨ ਬੰਜਰ ਨੂੰ ਠੀਕ ਕਰਨ ਵਾਸਤੇ, ਖੇਤੀਯੋਗ ਵਾਸਤੇ ਬਣਾਉਣ ਵਾਸਤੇ ਇਹ ਚਿੱਠੀ ਲਿਖੀ ਗਈ ਸੀ।
ਔਰ ਨਾਲ ਦੇ ਨਾਲ ਜਿਹੜੀ ਨਾਰਾਜ਼ਗੀਆਂ ਸੀ, ਕਿਉਂਕਿ ਉਹਨਾਂ ਦੀ ਨਾਰਾਜ਼ਗੀਆਂ ਦੀ ਗੱਲ ਅੱਜ ਕਿਸੇ ਵੀ ਸਿਆਸੀ ਹਲਕੇ ਤੇ ਬਿਲਕੁਲ ਵੀ ਨਹੀਂ ਹੋ ਰਹੀ ਕਿ ਉਹ ਮੰਤਰੀ ਨਾਰਾਜ਼, ਔਰ ਗੱਲ ਤੇ ਇਹ ਹੋ ਰਹੀ ਹੈ ਵੀ ਫਲਾਣਾ ਮੰਤਰੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣਾ ਚਾਹੁੰਦਾ ਹੈ। ਪਹਿਲੇ ਬਾਗੀ ਸੂਰ ਦਿਖਾ ਕੇ, ਤੁਹਾਨੂੰ ਯਾਦ ਹੋਏਗਾ ਜਦ ਇਹ ਦਿੱਲੀ ਗਏ ਸੀ, ਉਹਦੇ ਵਿੱਚੋਂ 3 ਮੰਤਰੀ ਤੇ ਵਾਪਸ ਆ ਗਏ ਸੀਗੇ। ਚੰਨੀ ਉਹਨਾਂ ਨੇ ਤਾਜ ਹੋਟਲ ਦੇ ਵਿੱਚ ਜਾਣਾ ਪਸੰਦ ਕੀਤਾ, ਔਰ ਉਹ ਕੈਬਨਿਟ ਦੀ ਮੀਟਿੰਗ ਜਿਹਦੇ ਵਿੱਚ 3 ਮੰਤਰੀ ਨਹੀਂ ਗਏ, ਉਹ ਬਕਾਇਦਾ ਤਾਜ ਹੋਟਲ ਵਿੱਚ ਜਾ ਕੇ ਉਸ ਮੀਟਿੰਗ ਵਿੱਚ ਅਟੈਂਡ ਕਰਦੇ ਨੇ, ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਬ੍ਰਹਮ ਮਹਿੰਦਰਾ ਉਹਨਾਂ ਦੀ ਤਾਰੀਫ ਕਰਦੇ ਨੇ ਕਿ ਕੈਪਟਨ ਸਾਹਿਬ ਵਧੀਆ ਬੰਦੇ ਨੇ, ਔਰ ਉਹਨਾਂ ਦੀ ਆਪਣੀ ਕੌਂਸਟੀਚੁਐਂਸੀ ਦੀ ਮੰਗ ਉਹਨੂੰ ਵੀ ਉਹ ਪੂਰਾ ਕਰਦੇ ਨੇ। ਇਹ ਸਾਰੀ ਗੱਲਾਂ ਇੱਕ ਪਾਸੇ ਜਾਂਦੀ ਹੈ ਵੀ ਇੱਕ ਵਾਰ ਤੇ ਅਸੀਂ ਝੰਡਾ ਚੱਕ ਲਿਆ, ਹੁਣ ਝੰਡਾ ਚੱਕ ਕੇ ਚਿੱਟਾ ਝੰਡਾ ਕਿੱਦਾਂ ਲਾਈਏ ਕਿ ਵੀ ਨਹੀਂ, ਹੁਣ ਤੇ ਤੁਹਾਡੇ ਨਾਲ ਅਸੀਂ ਸ਼ਾਂਤੀ ਚਾਹੁੰਦੇ ਹਾਂ। ਪਰ ਕੈਪਟਨ ਸਾਹਿਬ ਨੇ ਵੀ ਅੱਜ ਉਹ ਝੰਡਾ ਚੱਕ ਲਿਆ ਜਿਸ ਝੰਡੇ ਦੀ ਇਹਨਾਂ ਸ਼ਾਇਦ ਮੰਤਰੀਆਂ ਨੂੰ ਵੀ ਕੋਈ ਉਮੀਦ ਨਹੀਂ ਸੀ। ਜਿਸ ਬਟਾਲੇ ਦੇ ਮੁੱਦੇ ਤੇ ਉਹ ਕ੍ਰੈਡਿਟ ਲੈਣਾ ਚਾਹੁੰਦੇ ਸੀਗੇ, ਅੱਜ ਉਹੀ ਮੁੱਦਾ ਪ੍ਰਤਾਪ ਸਿੰਘ ਬਾਜਵਾ ਦੇ ਵਾਸਤੇ ਚੱਕ ਕੇ ਔਰ ਇਹ ਗੱਲ ਕਹਿ ਕੇ ਕਿ ਪ੍ਰਤਾਪ ਸਿੰਘ ਬਾਜਵਾ ਤੇ ਮੈਨੂੰ ਪਹਿਲੇ ਲਿਖ ਸਕਿਆ, ਔਰ ਉਹਨਾਂ ਨੇ ਸ਼ਬਦ ਇੰਗਲਿਸ਼ ਦਾ ਯੂਜ਼ ਕੀਤਾ ਕਿ ਬਿਫੋਰ ਸ਼ੂਟਿੰਗ ਆਫ ਦਿਸ ਲੈਟਰ, ਯਾਨੀ ਮੇਰੇ ਉੱਤੇ ਇਹ ਚਿੱਠੀ ਲਿਖਣ ਤੋਂ ਪਹਿਲੇ ਅਗਰ ਤੁਸੀਂ ਮੇਰੇ ਨਾਲ ਮਿਲਦੇ ਤੇ ਮੈਂ ਉਹਨਾਂ ਨੂੰ ਚੱਜ ਨਾਲ ਸਮਝਾ ਦਿੰਦਾ ਵੀ ਇਹਦੇ ਉੱਤੇ ਤੇ ਕੰਮ ਕਰ ਰਹੇ ਆ। ਦੂਜਾ ਐਂਗਲ ਇਹ ਵੀ ਹੈਗਾ ਕਿ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਬਟਾਲਾ ਬੜੀ ਛੇਤੀ ਜ਼ਿਲ੍ਹਾ ਘੋਸ਼ਿਤ ਹੋਣ ਵਾਲਾ ਹੈ, ਔਰ ਕਿਹਾ ਜਾਂਦਾ ਹੈ ਕਿ ਜਦ ਬਾਬੇ ਨਾਨਕ ਦਾ ਵਿਆਹ ਦਾ ਸਮਾਰੋਹ ਹੋਏਗਾ ਉਸ ਤੋਂ ਪਹਿਲੇ ਜਾਂ ਉਸ ਦਿਨ ਇਹ ਕੰਮ ਬਟਾਲੇ ਨੂੰ ਡਿਸਟ੍ਰਿਕਟ ਕਰਨ ਦਾ ਸ਼ਾਇਦ ਅਨਾਉਂਸ ਵੀ ਹੋ ਜਾਏ। ਦੇਖੋ ਭਾਸਕਰ ਸਾਹਿਬ, ਕਿਉਂਕਿ ਮੈਂ ਉਸ ਇਲਾਕੇ ਨਾਲ ਸੰਬੰਧਿਤ ਹੈ ਤੇ ਮੈਂ ਜਾਣਦਾ ਹਾਂ ਉੱਥੋਂ ਦੀ ਪੋਲਿਟਿਕਸ ਨੂੰ। ਹੋਇਆ ਇਹ ਕਿ ਜਦੋਂ ਸੇਖੜੀ ਵਾਪਸ ਲਏ ਜਾਂਦੇ ਆ ਕਾਂਗਰਸ ਦੇ ਫੋਲਡ ਦੇ ਵਿੱਚ, ਤ੍ਰਿਪਤ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਹੈ, ਉਹਨਾਂ ਨੂੰ ਵਾਪਸ ਆਪਣਾ ਫਤਿਹਗੜ੍ਹ ਚੂੜੀਆਂ ਹਲਕੇ ਲਈ ਤੋਰਿਆ ਜਾਂਦਾ ਹੈ ਤੇ ਅਕਾਲੀ ਦਲ 'ਚ ਜਾਂਦੇ ਜਾਂਦੇ ਸੇਖੜੀ ਰੁਕ ਗਏ। ਉਸ ਤੋਂ ਬਾਅਦ ਉੱਥੇ ਅਚਨਚੇਤ ਪ੍ਰਤਾਪ ਸਿੰਘ ਬਾਜਵਾ ਨਜ਼ਰ ਆਉਣ ਲੱਗ ਜਾਂਦੇ ਆ ਤੇ ਉਹਨਾਂ ਦੇ ਅਨੁਸਾਰ ਫੈਸਲੇ ਹੋਣ ਲੱਗ ਜਾਂਦੇ, ਭਾਵੇਂ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਤੇ ਭਾਵੇਂ ਮਾਰਕੀਟ ਕਮੇਟੀ ਦਾ ਚੇਅਰਮੈਨ ਤਾਂ ਉਹਨਾਂ ਦਾ ਰਿਸ਼ਤੇਦਾਰੀ ਚੋਂ ਦੂਰ ਨੇੜਿਓਂ ਵੀ ਹੈ ਪ੍ਰਤਾਪ ਸਿੰਘ ਬਾਜਵਾ ਦਾ। ਲੇਕਿਨ ਉੱਥੇ ਸੇਖੜੀ ਨੇ ਕੋਈ ਬਹੁਤਾ ਵਿਰੋਧ ਨਹੀਂ ਕੀਤਾ ਕਿਉਂਕਿ ਹਲਕਾ ਉਹ ਸੇਖੜੀ ਦਾ ਹੈ। ਕਨਸੂਆ ਇਹ ਹੈ ਕਿ ਕਿਉਂਕਿ ਗੁਰਦਾਸਪੁਰ ਦੀ ਪਾਰਲੀਮੈਂਟਰੀ ਸੀਟ ਜਿਹੜੀ ਆ ਲੋਕ ਸਭਾ ਲਈ, ਉਹਦੇ ਵਿੱਚ ਅਕਸਰ ਹਿੰਦੂ ਚਿਹਰਾ ਪ੍ਰੈਫਰ ਕੀਤਾ ਜਾਂਦਾ, ਪ੍ਰਾਥਮਿਕਤਾ ਹਿੰਦੂ ਚਿਹਰੇ ਨੂੰ ਦਿੱਤੀ ਜਾਂਦੀ ਹੈ। ਪਹਿਲਾਂ ਜਾਖੜ ਵੀ ਲੜਾਏ ਉੱਥੋਂ, ਤੁਹਾਨੂੰ ਪਤਾ ਹੈ ਜਾਖੜ ਇੱਕ ਵਾਰੀ ਜਿੱਤ ਗਏ, ਇੱਕ ਵਾਰੀ ਹਾਰ ਗਏ ਸਨੀ ਦਿਓਲ ਕੋ। ਜਿਹੜੇ ਅਸ਼ਵਨੀ ਸੇਖੜੀ ਆ ਉਹਨਾਂ ਨੂੰ ਸ਼ਾਇਦ ਲੋਕ ਸਭਾ ਲਈ ਜਾਂ ਰਾਜ ਸਭਾ ਲਈ ਤਿਆਰ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਤੁਰਦੀ ਹੈ। ਤੇ ਪ੍ਰਤਾਪ ਸਿੰਘ ਬਾਜਵਾ ਉਸ ਪਿੱਚ ਤੇ ਹੁਣ ਖੇਡਣਾ ਚਾਹੁੰਦੇ ਆ। ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਬਾਬੇ ਦੇ ਵਿਆਹ ਦੀ ਪ੍ਰਸੰਗਿਕਤਾ, ਸਾਰਥਿਕਤਾ, ਅਹਿਮੀਅਤ ਕਿੰਨੀ ਆ ਇਲਾਕੇ ਦੇ ਵਿੱਚ। ਸੋ ਜਿਹੜੀ ਗੱਲ ਕੈਪਟਨ ਨੂੰ ਉਹਨਾਂ ਮਨਾਈ, ਉਹਦੀ ਅਨਾਉਂਸਮੈਂਟ ਤੋਂ ਬਾਬੇ ਦੇ ਵਿਆਹ ਤੇ ਤੁਹਾਡੀ ਗੱਲ ਠੀਕ ਹੈ ਕਿ ਕਰਾਉਣਾ ਚਾਹੁੰਦੇ ਹੋਣਗੇ। ਜਦੋਂ ਇਹਨਾਂ ਮੰਤਰੀਆਂ ਨੂੰ ਪਤਾ ਲੱਗਦਾ ਤੇ ਇਹ ਕਹਿੰਦੇ ਯਾਰ ਸਾਡੀ ਤਾਂ ਸੀਪ ਪਹਿਲਾਂ ਵੀ ਲੱਗ ਗਈ, ਅਸੀਂ ਕਦੇ ਐਰਾ ਗੈਰਾ ਕੈਪਟਨ ਦੇ ਨੇੜੇ ਨਹੀਂ ਸੀ ਆਉਣ ਦਿੱਤਾ। ਪ੍ਰਤਾਪ ਸਿੰਘ ਬਾਜਵਾ 4 ਸਾਲ 4.5 ਸਾਲ ਕੋਸ਼ਿਸ਼ ਕਰਕੇ ਵੀ ਨੇੜੇ ਨਹੀਂ ਆ ਸਕੇ, ਸਦਾ 36 ਤਾਂ ਅੰਕੜਾ ਰਿਹਾ। ਤੇ ਫਿਰ ਹੁਣ ਐਸੇ ਅਸੀਂ ਬਾਹਰ ਹੋਏ ਆ ਕਿ ਸ਼ਰੀਕਾਂ ਨੇ ਪੂਰਾ ਮੈਦਾਨ ਮਾਰ ਲਿਆ ਤੇ ਮੱਲ ਲਿਆ। ਐਸੀ ਸਥਿਤੀ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਪੈਂਤੜਾ ਖੇਡਿਆ ਸੀ ਵੀ ਅਸੀਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਦੇ ਦਿੰਦੇ ਆ ਵੀ ਜੇ ਅਨਾਉਂਸਮੈਂਟ ਹੋ ਗਈ ਤੇ ਲੋਕ ਕਹਿਣਗੇ ਚਿੱਠੀ ਤੇ ਸੁੱਖੀ ਰੰਧਾਵਾ ਤੇ ਤ੍ਰਿਪਤ ਨੇ ਲਿਖੀ। ਲੇਕਿਨ ਜਿਹੜੇ ਘਾਗ ਹੁੰਦੇ ਆ ਨਾ, ਉਹ ਘਾਗਾਂ ਦੀ ਲੜਾਈ, ਜੇ ਇਹ ਘਾਗ ਸੀ 2 ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰ ਦੇਣ ਵਾਲੇ ਵੀ ਪ੍ਰਤਾਪ ਸਿੰਘ ਬਾਜਵਾ ਪੂਰੇ ਘਾਗ ਨੇ। ਲੜਾਈ ਪੁਰਾਣੀ ਚੱਲੀ ਆਉਂਦੀ ਆ, ਇਕੱਠੇ ਜੇ ਤੁਰਦੇ ਰਹੇ ਕਦੀ, ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਆ, ਭੇਤੀ ਨੇ। ਸੋ ਉਹਨਾਂ ਨੇ ਕਿਹਾ ਹੋਣਾ ਵੀ ਹੁਣ ਗੱਲ ਨਹੀਂ ਬਣਦੀ, ਜ਼ਿਲ੍ਹਾ ਤਾਂ ਬਣਾਉਣਾ ਹੈ। ਤੇ ਚਿੱਠੀ ਦਾ ਜਵਾਬ ਵੀ ਜੇ ਮੈਂ ਦੇਵਾਂ ਤੇ ਗੱਲ ਨਹੀਂ ਬਣਦੀ ਕਿ ਮੈਂ ਮੰਗ ਰੱਖੀ ਸੀ, ਤੁਸੀਂ ਕਹੋ ਕਿ ਗੱਲ ਤਾਂ ਪੂਰੀ ਹੋ ਚੁੱਕੀ ਆ, ਤੁਸੀਂ ਮੈਨੂੰ ਮਿਲਦੇ ਤੇ ਤੁਹਾਨੂੰ ਮੈਂ ਦੱਸਦਾ ਵੀ ਗੱਲ ਤਾਂ। ਔਰ ਦੂਜੀ ਗੱਲ ਕਹਿੰਦੇ ਜੇ ਮੈਨੂੰ ਮਿਲ ਲੈਂਦੇ ਤੇ ਚਿੱਠੀ ਲਿਖਣ ਦੀ ਲੋੜ ਵੀ ਨਾ ਪੈਂਦੀ। ਖੈਰ, ਇੱਕ ਗੱਲ ਬਹੁਤ ਅਹਿਮ ਆ, ਇਹਨਾਂ ਵਜ਼ੀਰਾਂ ਦੇ ਦਰਮਿਆਨ ਚ ਕੁਝ MLA ਸਮਝੌਤੇ ਲਈ ਵਧੇ ਸੀ ਅੱਗੇ। ਇੱਕ MLA ਤਾਂ ਇਹਨਾਂ ਦੇ ਧੜੇ ਦਾ ਹੀ ਸੀ ਜਿਹੜਾ ਇਹਨਾਂ ਦੇ ਨਾਲ ਸੀ, ਲੇਕਿਨ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਔਰ ਇਹਨਾਂ ਦੇ ਵਿੱਚ ਪੁਲ ਦਾ ਕੰਮ ਕਰਨ ਲੱਗ ਗਿਆ। ਲੇਕਿਨ ਮੇਰੇ ਕੋਲ ਇਹ ਪੁਖਤਾ ਜਾਣਕਾਰੀ ਮੈਂ ਅੱਗੇ ਵੀ ਸ਼ੇਅਰ ਕੀਤੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ 2 ਮੰਤਰੀਆਂ ਨੂੰ ਲੈਣ ਲਈ ਤਾਂ ਸਿਰ ਹਿਲਾਉਂਦੇ ਸੀ, ਹਾਮੀ ਭਰਦੇ ਸੀ, ਕੋਈ ਨਹੀਂ ਜੀ, ਕਿਉਂਕਿ ਉਹ ਵੀ ਚਾਹੁੰਦੇ ਹੋਣਗੇ ਕਿ ਇਹ ਸਿਆਪਾ ਗਲੋਂ ਲੱਥੇ ਜਿਹੜਾ ਝਗੜੇ ਵਾਲਾ ਹੈ। ਲੇਕਿਨ 2 ਮੰਤਰੀਆਂ ਨੂੰ ਲੈ ਕੇ ਉਹ ਬਿਲਕੁਲ ਹਾਮੀ ਨਹੀਂ ਸੀ ਭਰ ਰਹੇ, ਕਿਉਂਕਿ ਉਹ 2 ਮੰਤਰੀ ਸਾਰੇ ਸੂਤਰਧਾਰ ਸੀ ਬਗਾਵਤ ਦੇ ਜਾਂ ਬਾਕੀ, ਇਹ ਕੈਪਟਨ ਅਮਰਿੰਦਰ ਸਿੰਘ ਦੀ ਸਮਝ ਅਨੁਸਾਰ ਜਾਂ ਜਿਵੇਂ ਉਹ ਸੋਚਦੇ ਆ। ਖੈਰ, ਇਹ ਲੜਾਈ ਅਜੇ ਰੁਕੀ ਨਹੀਂ,
ਇੱਥੇ ਸਵਾਲ ਇਹ ਸੀ ਕਿ ਬਾਗੀ ਵਜ਼ੀਰ ਜਾਂ ਨਾਰਾਜ਼ ਵਜ਼ੀਰ ਸੋਚਦੇ ਵੀ ਜਾਈਏ ਤੇ ਚਾਰੇ ਜਾਈਏ, ਕੈਪਟਨ ਅਮਰਿੰਦਰ ਸਿੰਘ ਸੋਚਦੇ ਸੀ ਵੀ ਦੋਵਾਂ ਨੂੰ ਸੀਪ ਲਾ ਦਿਓ, ਦੋ ਲੈ ਲਓ। ਹੁਣ ਇੱਥੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਜਦੋਂ ਹੁਣ ਚਿੱਠੀ ਦਾ ਜਵਾਬ ਇਦਾਂ ਮਿਲ ਗਿਆ, ਹੁਣ ਅਗਲੇ ਵੀ ਕੋਈ ਅੰਦਰ ਦੀਆਂ ਗੱਲਾਂ ਦੱਸਣਗੇ, ਗੱਲ ਰੁਕ ਜੂ ਜਾਂ ਅੱਗੇ ਵੱਧ ਜੂ। ਹੁਣ ਜਿਹੜੀ ਸਮਝੌਤਾ ਐਕਸਪ੍ਰੈਸ ਚੱਲੀ ਸੀ, ਮੇਰਾ ਖਿਆਲ ਅਜੇ ਕੁਝ ਦਿਨਾਂ ਲਈ ਟਲ ਜੂ, ਏਡਾ ਸੌਖਾ ਨਹੀਂ ਹੁੰਦਾ ਜੱਫੀ ਦੇ ਵਿੱਚ ਮੁੜ ਕੇ ਫੋਟੋ 'ਚ ਨਜ਼ਰ ਆਉਣਾ। ਕੀ ਕਹਿੰਦੇ? ਦੇਖੋ, ਇਹ ਜਿਹੜਾ ਪੂਰਾ ਐਪੀਸੋਡ ਨੂੰ ਧਿਆਨ ਨਾਲ ਦੇਖੋ ਤੇ ਬਾਜਵਾ ਹੋਣਾ 4.5 ਸਾਲ ਤੱਕ, ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਹੋਣਾ, ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਰਹੇ ਸ਼ਰੀਕ। ਔਰ ਦੂਜੇ ਪਾਸੇ ਤ੍ਰਿਪਤ ਰਜਿੰਦਰ ਬਾਜਵਾ, ਉਹ ਕੈਪਟਨ ਸਾਹਿਬ ਦੇ ਸਭ ਤੋਂ ਕਲੋਜ਼ ਮੰਤਰੀ ਸੀਗੇ। ਹੁਣ ਰੋਲ ਰਿਵਰਸ ਹੋ ਗਏ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇੱਕ ਅਲਟੀਮੇਟਮ ਵੀ ਇਸ਼ੂ ਕੀਤਾ ਸੀਗਾ, ਜੇ 45 ਦਿਨਾਂ ਦੇ ਵਿੱਚ ਬਾਜਵਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬੇਅਦਬੀਆਂ ਦੇ ਲੌਜੀਕਲ ਕਨਕਲੂਜਨ ਨਹੀਂ ਕੱਢਿਆ ਤੇ ਫਿਰ ਉਸ ਇੱਥੇ ਤੱਕ ਕਿ ਗੱਲ 'ਚ ਫਾਹ ਲੈਣ ਦੀ ਵੀ ਗੱਲ ਕੀਤੀ ਸੀਗੀ, ਦੇਣ ਦੀ ਵੀ ਗੱਲ ਕੀਤੀ ਸੀਗੀ। ਹੁਣ ਉਹੀ ਸਭ ਤੋਂ ਕਲੋਜ਼ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਦੇ, ਉਹੀ ਸਿਸਮਾ ਫਾਰਮ ਦੇ ਵਿੱਚ ਰੋਜ਼ ਸ਼ਾਮ ਨੂੰ ਦੇਖੇ ਵੀ ਜਾ ਰਹੇ ਨੇ ਕਿ ਉਹ ਉੱਥੇ ਹੀ ਹੁੰਦੇ ਨੇ। ਦੂਜੇ ਪਾਸੇ ਤ੍ਰਿਪਤ ਰਜਿੰਦਰ ਬਾਜਵਾ ਤਾਜ ਹੋਟਲ ਦੇ ਲੰਚ ਤੋਂ ਬਾਅਦ ਜਦ ਆਪਣੇ ਆਪ ਨੂੰ ਬਾਹਰ ਮਹਿਸੂਸ ਜੀ ਮੈਨੂੰ ਲੱਗਦਾ ਭਾਸਕਰ ਸਾਹਿਬ ਕੋਈ ਇੰਟਰਨੈਟ ਦੀ ਸਮੱਸਿਆ ਹੈ, ਸਾਡਾ ਰਾਬਤਾ ਨਹੀਂ ਬਣ ਪਾ ਰਿਹਾ। ਮੈਂ ਜ਼ਰੂਰ ਇਹਦੇ 'ਚ ਅੱਗੇ ਗੱਲ ਵਧਾਉਣਾ ਚਾਹੂੰਗਾ ਕਿ ਦਰਅਸਲ ਇਹ ਲੜਾਈ ਅਜੇ ਠੰਡੀ ਨਹੀਂ ਪਈ। ਮੱਠੀ ਇਸ ਕਰਕੇ ਨਹੀਂ ਪਈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਦਾ ਹੱਥ ਉੱਤੇ ਸੀ, ਕੈਪਟਨ ਅਮਰਿੰਦਰ ਸਿੰਘ ਸ਼ਹਿ ਲਾ ਕੇ ਬਹਿ ਗਏ। ਇਹ ਸ਼ਹਿ ਉਹਨਾਂ ਦੀ ਲਗਾਤਾਰ ਕੰਟੀਨਿਊ ਕਰਦੀ ਰਹੀ ਕਿ ਮੌਕਾ ਆਉਣ ਤੇ ਮੈਂ ਦੇਖਾਂਗਾ ਕਿ ਕਿਸ ਤਰੀਕੇ ਨਾਲ ਅੱਗੇ ਵਧਣਾ ਹੈ। ਜਦੋਂ ਹੀ ਨਵਜੋਤ ਸਿੰਘ ਸਿੱਧੂ ਗਲਤੀ ਕਰਦੇ ਆ, ਜਦੋਂ ਹੀ ਕੋਆਰਡੀਨੇਸ਼ਨ ਕਮੇਟੀ ਤੋਂ ਬਾਅਦ ਇਹ ਚਾਰੇ ਮੰਤਰੀ ਸਿੱਧਾ ਹਮਲਾ ਕੈਪਟਨ ਅਮਰਿੰਦਰ ਸਿੰਘ ਤੇ ਬੋਲਦੇ ਆ, ਕਾਂਗਰਸ ਹਾਈ ਕਮਾਂਡ ਨੂੰ ਇੰਜ ਲੱਗਣ ਲੱਗਦਾ ਕਿ ਇਹ ਇੱਕ ਤਰ੍ਹਾਂ ਨਾਲ ਇਨਡਿਸਪਲਿਨ ਆ, ਇਹ ਅਨੁਸ਼ਾਸਨੀ ਕਾਰਵਾਈ। ਸੋ ਉਹ ਸਾਰੀ ਦੀ ਸਾਰੀ ਗੱਲ ਨੇ ਸਾਰਾ ਦ੍ਰਿਸ਼ ਬਦਲ ਦਿੱਤਾ। ਕੈਪਟਨ ਅਮਰਿੰਦਰ ਸਿੰਘ ਡਿਫੈਂਸਿਵ ਗੇਮ ਖੇਡਦੇ ਖੇਡਦੇ ਉਹ ਹਮਲਾਵਰ ਹੋ ਗਏ। ਸੋ ਉਹਨਾਂ ਦੀ ਹਮਲਾਵਰਤਾ ਨੇ ਇਹ ਇੱਕ ਤਰ੍ਹਾਂ ਨਾਲ ਕੈਪਟਨ ਕੈਂਪ ਨੂੰ ਸਾਹ ਦੇ ਦਿੱਤੇ ਔਰ ਉਹਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਖਲੋਤੇ, ਕਦੇ ਪ੍ਰਤਾਪ ਸਿੰਘ ਬਾਜਵਾ ਵੀ ਸੋਚਦੇ ਸੀ ਕਿਤੇ ਗਲਤੀ ਤਾਂ ਨਹੀਂ ਹੋ ਗਈ, ਮੈਂ ਕੈਪਟਨ ਕੈਂਪ ਦਾ ਸਾਥ ਦੇ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਦੇ ਘੋਰ ਦਿਨਾਂ 'ਚ ਚਾਹ ਪੀ ਕੇ ਕਿਤੇ ਗਲਤੀ ਤਾਂ ਨਹੀਂ ਕੀਤੀ। ਲੇਕਿਨ ਹਾਲਾਤ ਬਦਲੇ ਹਾਲਾਤ ਦੇ ਵਿੱਚ ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਉੱਪਰ ਚਲੇ ਗਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਉੱਤੇ ਚਲੇ ਜਾਂਦਾ ਹੈ ਤਾਂ ਹੁਣ ਉਹ ਆਪਣੀਆਂ ਸ਼ਰਤਾਂ ਤੇ ਸਮਝੌਤਾ ਕਰਨਾ ਚਾਹੁੰਗੇ। ਇਸ ਵੇਲੇ ਨਾਰਾਜ਼ ਵਜ਼ੀਰਾਂ ਕੋਲ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਕੋਲ ਔਰ ਖਾਸ ਤੌਰ ਤੇ ਨਾਰਾਜ਼ ਵਜ਼ੀਰਾਂ ਕੋਲ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਚੋਂ ਗਲਤੀ ਹੋਣ ਦੀ ਵੇਟ ਕਰਨ ਦੀ ਗੁੰਜਾਇਸ਼ ਹੈ। ਇੰਜ ਲੱਗਦਾ ਹੈ ਜਾਂ ਤੇ ਉਹ ਬਹੁਤ ਅਗਰੈਸ਼ਨ ਦਿਖਾਉਣ, ਅਗਰੈਸਿਵਲੀ ਅੱਗੇ ਵਧਣ, ਮੁੱਦਿਆਂ ਤੇ ਅੱਗੇ ਵਧਣ, ਤੇ ਜਾਂ ਫਿਰ ਉਹ ਚੁੱਪ ਕਰਕੇ ਦੇਖਣ ਕਿ ਇਹ ਕਿੱਥੇ ਗਲਤੀਆਂ ਕਰਦੇ ਆ। ਤੇ ਉਸ ਤੋਂ ਬਾਅਦ ਕਿਉਂਕਿ ਨਾ ਤਾਂ ਕਿਸੇ ਨੂੰ ਵਜ਼ੀਰੀ ਤੋਂ ਲਾਏ ਜਾਣ ਦੀ ਸਥਿਤੀ ਆ, ਨਾ ਕੋਈ ਨਵੀਂ ਲੜਾਈ ਲੜਨ ਨੂੰ ਤਿਆਰ ਆ। ਲੜਾਈ ਠੰਡੀ ਚੱਲਣੀ ਆ, ਇਸੇ ਤਰੀਕੇ ਦੀ ਚੱਲਣੀ ਆ। ਭਾਸਕਰ ਸਾਹਿਬ ਤੁਸੀਂ ਕੋਈ ਗੱਲ ਕਰ ਰਹੇ ਸੀ, ਮੈਂ ਜ਼ਿਕਰ ਕੀਤਾ ਹੈ ਕਿ ਇਹ ਲੜਾਈ ਠੰਡੀ ਚੱਲਦੀ ਰਹਿਣੀ ਆ। ਇਹ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਵੇਟ ਕੀਤੀ ਸੀ ਕਿ ਸਿੱਧੂ ਕੈਂਪ ਕੋਈ ਗਲਤੀ ਕਰੇ ਤੇ ਅਸੀਂ ਹਾਵੀ ਹੋਈਏ, ਸੋ ਉਹ ਹਾਵੀ ਤਾਂ ਹੋਏ। ਲੇਕਿਨ ਹੁਣ ਦੂਜਾ ਕੈਂਪ 'ਚ ਜਿਹੜਾ ਤਰਲੋ ਮੱਛੀ ਆ ਕਿ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਜੇ ਸੰਗਠਨ ਬਣਾਉਣ ਦੀ ਵੀ ਗੱਲ ਆਊ ਤੇ ਉੱਥੇ ਵੀ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਦਰਕਾਰ ਹੋਣਗੀਆਂ, ਲੋੜੀਂਦੀਆਂ ਹੋਣਗੀਆਂ। ਕੀ ਕਹਿੰਦੇ? ਦੇਖੋ, ਜਦੋਂ ਤੋਂ ਇਹਨਾਂ 4 ਮੰਤਰੀਆਂ ਨੇ ਬਾਗੀ ਸੂਰ ਅਪਣਾਏ ਨੇ, ਬਾਗੀ ਸੂਰ ਅਪਣਾਉਣ ਤੋਂ ਬਾਅਦ ਸਿੱਧੂ ਉਹਨਾਂ ਵੀ ਇਹਨਾਂ ਦੇ ਨਾਲ ਖਾਸ ਨਜ਼ਰ ਨਹੀਂ ਆਏ। ਜਿਸ ਤਰੀਕੇ ਨਾਲ ਦੇਹਰਾਦੂਨ ਤੋਂ ਬਰੰਗ ਲੋਟੇ ਨੇ, ਬਰੰਗ ਵਾਪਸ ਆਏ ਨੇ, ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਦਿੱਲੀ ਜਾਣਾ ਔਰ ਉਹ ਵੀ ਚੁੱਪ ਤੇ ਵਾਪਸ ਆ ਜਾਣਾ ਔਰ ਉਸ ਤੋਂ ਬਾਅਦ ਬਿਲਕੁਲ ਚੁੱਪੀ ਧਾਰ ਲੈਣਾ, ਉਹ ਕਿਸੇ ਨਾ ਕਿਸੇ ਜਗ੍ਹਾ ਇਹ ਇੰਡੀਕੇਸ਼ਨ ਤੇ ਦਿੰਦਾ ਹੈ ਕਿ ਬਾਗੀ ਮੰਤਰੀਆਂ ਦਾ ਕੁਝ ਨਹੀਂ ਬਣਿਆ। ਉਹ ਵਿਦਰੋਹ, ਉਹ ਬਾਗੀਪਨ ਜੋ 32 ਐਮਐਲਏਆਂ ਦੇ ਸਿਰ ਤੇ ਉਹ ਕਰਨ ਨੂੰ ਫਿਰਦੇ ਸੀਗੇ, 32 ਵਿੱਚੋਂ 8-10 ਤੇ ਉਦਾਂ ਹੀ ਭੱਜ ਗਏ ਔਰ ਜਿਹੜੇ ਉਹ ਭੱਜੇ ਸੀਗੇ ਉਹ ਅੱਜ ਕੈਪਟਨ ਸਾਹਿਬ ਦੇ ਨਾਲ ਬੜੇ ਨੇੜਿਓਂ ਔਰ ਬੜੇ ਨੇੜੇ ਨਜ਼ਰ ਆਉਂਦੇ ਨੇ। ਯਾਨੀ ਉਹ ਸਾਰੀ ਕੈਂਪੇਨ, ਉਹ ਸਾਰੀ ਗੱਲ ਫੇਲ ਹੁੰਦੀ ਹੋਈ ਨਜ਼ਰ ਆਉਂਦੀ ਹੈ। ਕਿਸੇ ਨਾ ਕਿਸੇ ਜਗ੍ਹਾ ਉਹ ਹੁਣ ਸਿੱਧੂ ਦੇ ਨਾਲ ਵੀ ਨਹੀਂ ਨਜ਼ਰ ਆਉਂਦੇ। ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਹੈ ਵੀ ਜੇ ਸਿੱਧੂ ਉਹਨਾਂ ਦੇ ਨਾਲ ਵੀ ਬਹੁਤੇ ਨਜ਼ਰ ਆਏ ਤਾਂ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਬਗਾਵਤ ਦੇ ਸੁਰ ਜਦ ਉਹਨਾਂ ਨੇ ਚੱਕੇ ਸੀਗੇ ਉਹਦੇ ਵਿੱਚ ਸਿੱਧੂ ਨਾਲ
ਡਾਇਰੈਕਟਲੀ ਨਜ਼ਰ ਨਹੀਂ ਆਏ ਸੀ। ਭਾਵੇਂ ਜੀ ਰਾਣੀ ਪ੍ਰਨੀਤ ਕੌਰ ਉਹਨਾਂ ਨੇ ਇਹ ਇਲਜ਼ਾਮ ਜ਼ਰੂਰ ਲਗਾਇਆ ਸੀਗਾ ਇਸ ਸਾਰੀ ਚੀਜ਼ ਦੇ ਪਿੱਛੇ ਸਿੱਧੂ ਹੈ, ਨਾ ਉਸ ਗੱਲ ਦਾ ਜਵਾਬ ਸਿੱਧੂ ਨੇ ਦਿੱਤਾ ਔਰ ਨਾ ਹੀ ਰਾਣੀ ਪ੍ਰਨੀਤ ਕੌਰ ਨੇ ਇਹ ਮੁੱਦਾ ਅੱਗੇ ਚੱਕਿਆ। ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਵੀ ਕਿਸੇ ਨਾ ਕਿਸੇ ਜਗ੍ਹਾ ਇਹ ਜਿਹੜੇ 4 ਮੰਤਰੀ ਹੈਗੇ ਨੇ ਇਹ ਬੜੇ ਛਟਪਟਾ ਜਿਹੇ ਰਹੇ ਨੇ। ਹੁਣ ਜਾਈਏ ਕਿੱਥੇ? 2 ਨੇ ਚਿੱਠੀ ਲਿਖਤੀ, ਇੱਕ ਕੈਬਨਿਟ ਮੀਟਿੰਗ ਅਟੈਂਡ ਕਰ ਗਿਆ ਤੇ ਇੱਕ ਸੁਖ ਸਰਕਾਰੀ ਆ ਉਹ ਜਿਹੜਾ GNDU ਦਾ ਫੰਕਸ਼ਨ ਸੀਗਾ ਅੰਮ੍ਰਿਤਸਰ ਤੁਹਾਡੇ, ਉਹਦੇ ਵਿੱਚ ਕੈਪਟਨ ਸਾਹਿਬ ਦੇ ਕੰਨਾਂ 'ਚ ਗੱਲ ਕਰਦੇ ਹੋਏ ਪਾਏ ਗਏ। ਇਹ ਲੱਗਦਾ ਹੈ ਕਿ ਵੀ ਉਹ ਮੋਤੀ ਮਹਿਲ ਜਾਂ ਸਿਸਵਾ ਫਾਰਮ ਦੇ ਵਿੱਚ ਵਾਪਸੀ ਦਾ ਰਸਤਾ ਲੱਭ ਰਹੇ ਨੇ ਵੀ ਕਿਸੇ ਤਰੀਕੇ ਨਾਲ ਉੱਥੇ ਪਹੁੰਚੀਏ। ਪਰ ਜਦ ਤੁਸੀਂ ਕਿਸੇ ਵੀ ਮੰਤਰੀ ਨਾਲ ਇੰਡੀਵਿਜੂਅਲੀ ਗੱਲ ਕਰਨਗੇ ਉਹ ਕੋਈ ਵੀ ਨਹੀਂ ਮੰਨੇਗਾ। ਨਾ ਸਾਡਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ, ਅਸੀਂ ਤੇ ਮਤਲਬ ਹੀ ਨਹੀਂ ਕੈਪਟਨ ਸਾਹਿਬ ਦੇ ਵਾਪਸ ਚਲੇ ਜਾਈਏ। ਪਰ ਇਹ ਲੈਟਰ ਲਿਖਣਾ ਔਰ ਇਹ ਗੱਲਾਂ ਹੋਣੀਆਂ ਇਸ ਗੱਲ ਨੂੰ ਇੰਡੀਕੇਟ ਕਰਦੀ ਹੈ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਚਿੱਟੇ ਝੰਡੇ ਨਾਲ ਉਹ ਸਿਸਵਾ ਫਾਰਮ ਦੇ ਵਿੱਚ ਐਂਟਰੀ ਚਾਹੁੰਦੇ ਨੇ। ਇਹ ਗੱਲ ਤੇ ਸਾਫ਼ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ, ਕੋਈ ਪਰਮਾਨੈਂਟ ਦੋਸਤ ਨਹੀਂ ਹੁੰਦਾ। ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਦੀ ਕੈਪਟਨ ਸਾਹਿਬ ਨਾਲ ਦੁਸ਼ਮਣੀ, ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਯਾਰੀਆਂ ਇਸ ਗੱਲ ਨੂੰ ਪ੍ਰੂਵ ਕਰਦਾ ਹੈ ਕਿ ਪੰਜਾਬ ਦੇ ਵਿੱਚ ਵੀ ਉਹੀ ਰਾਜਨੀਤੀ ਚੱਲ ਰਹੀ ਹੈ ਜਿਹਨੂੰ ਅਸੀਂ ਪਹਿਲੇ ਕਦੀ ਬਿਹਾਰ ਤੇ ਯੂਪੀ ਦੇ ਵਿੱਚ ਦੇਖਦੇ ਸੀ। ਗੱਲ ਇਹ ਭਾਸਕਰ ਸਾਹਿਬ ਕਿ ਯਾਰੀ ਤੇ ਕਦੋਂ ਦੀ ਪੈ ਜਾਣੀ ਸੀ। ਹੁਣ ਜੇ ਸ਼ਰੀਕ ਅੱਗੇ ਤਗੜੇ ਹੋ ਕੇ ਬੈਠੇ ਨੇ ਉਹ ਜਗ੍ਹਾ ਹੀ ਨਹੀਂ ਛੱਡਦੇ। ਪਹਿਲਾਂ ਇਹ ਆਪਣੇ ਜਿਹੜੇ 2-3 ਵਜ਼ੀਰ ਸੀ ਇਹ ਨਹੀਂ ਜਗ੍ਹਾ ਦਿੰਦੇ, ਪ੍ਰਤਾਪ ਸਿੰਘ ਬਾਜਵਾ ਚਾਹੁੰਦੇ ਵੀ ਸੀ ਤੇ ਅੱਗੇ ਖਾਲੀ ਸਪੇਸ ਨਹੀਂ ਮਿਲਦੀ, ਸੋਫੇ ਭਰੇ ਹੋਏ ਸੀ। ਤੇ ਹੁਣ ਜਦੋਂ ਇਹ ਜਾਣਾ ਚਾਹੁੰਦੇ ਨੇ ਤੇ ਅਗਲੇ ਬੰਨੇ ਪ੍ਰਤਾਪ ਸਿੰਘ ਖੜੇ ਦਿਸਦੇ ਨੇ, ਉਹ ਕਹਿੰਦੇ ਵੇਖੋ ਜੀ ਔਖੇ ਵੇਲੇ ਤੇ ਮੈਂ ਨਾਲ ਸੀ, ਹੁਣ ਇਹਨਾਂ ਨੂੰ ਕਿੱਦਾਂ ਲਓਗੇ। ਲੜਾਈ ਦਿਲਚਸਪ ਹੋ ਗਈ। ਪਰ ਇੱਕ ਚੀਜ਼ ਬਹੁਤ ਜਿਹੜੀ ਅਜੇ ਵੀ ਰਿਕੁਆਇਰਡ ਆ, ਦਰਕਾਰ ਆ, ਕੈਪਟਨ ਅਮਰਿੰਦਰ ਸਿੰਘ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਲੜਾਈ ਦੇ ਦੌਰਾਨ ਕੁਝ ਚੰਗੇ ਫੈਸਲੇ ਲੈਣਗੇ। ਪੰਜਾਬ ਦੇ ਜਿਹੜੇ ਹਿੱਤ ਵਿੱਚ ਬਹੁਤ ਸਾਰੇ ਫੈਸਲੇ ਪੈਂਡਿੰਗ ਨੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਸਟੇਟ ਦੇ ਨਜ਼ਰੀਓਂ ਕੋਈ ਐਸੇ ਬਹੁਤ ਸਿਆਣੇ ਫੈਸਲੇ ਲੈਣ ਦੀ ਮੈਨੂੰ ਲੱਗਦਾ ਉਹ ਸਥਿਤੀ 'ਚ ਨਹੀਂ ਗਏ। ਡਰੱਗਸ ਦੇ ਮਾਮਲੇ ਲੈ ਲਓ ਜਾਂ ਜਿਹੜੇ PPA ਆ ਜਾਂ ਬੇਅਦਬੀ ਮਾਮਲੇ ਆ, ਬਹੁਤ ਸਾਰੇ ਮਾਮਲਿਆਂ 'ਚ ਅਜੇ ਵੀ ਕਸ਼ਮੇ ਦੀ ਚਾਲ ਚੱਲਦਾ ਪਿਆ। ਭਾਵੇਂ ਉਹ ਇਹਨਾਂ ਦਾ ਲੀਗਲ ਵਿਭਾਗ ਹੈ, ਭਾਵੇਂ ਇਹਨਾਂ ਦਾ ਪ੍ਰਸ਼ਾਸਨ ਹੈ, ਕੈਪਟਨ ਅਮਰਿੰਦਰ ਸਿੰਘ ਉੱਥੇ ਲਗਾਤਾਰ ਅਸਫਲ ਹੋ ਰਿਹਾ। ਜੇਕਰ ਉਹ ਇਹ ਲੜਾਈ ਅੰਦਰ ਦੀ ਲੜਾਈ ਜਿੱਤ ਵੀ ਜਾਂਦੇ ਆ ਤਾਂ 2022 ਦੀ ਲੜਾਈ ਉਹ ਹਾਰ ਜਾਣਗੇ। ਇਹ ਸ਼ੋਰ ਸ਼ਾਟ ਲੋਕ ਕਹਿੰਦੇ ਆ, ਇਹ ਲੋਕ ਸਾਫ਼ ਲਫ਼ਜ਼ਾਂ 'ਚ ਕਹਿੰਦੇ ਆ ਕਿ ਇਹ ਲੜਾਈ ਅੰਦਰ ਦੀ ਤਾਂ ਜਿੱਤੀ ਜਾ ਸਕਦੀ ਆ, ਹੁਣ 22 ਦੀ ਨਹੀਂ ਜਿੱਤੀ ਜਾਣੀ। ਉਹ ਬਾਗੀ ਹੋਣ ਜਾਂ ਨਾਰਾਜ਼ ਵਜ਼ੀਰ ਹੋਣ, ਉਹ ਵੀ ਡੁੱਬਣਗੇ, ਕੈਪਟਨ ਅਮਰਿੰਦਰ ਸਿੰਘ ਵੀ ਡੁੱਬਣਗੇ ਔਰ ਸਿਆਸੀ ਤੌਰ ਤੇ ਕਾਂਗਰਸ ਦਾ ਭੋਗ ਪੈ ਜਾਊਗਾ ਅਗਲੇ ਕਈ ਸਾਲਾਂ ਲਈ ਜੇ ਇੰਜੀ ਹਾਲਾਤ ਬਣੇ ਰਹੇ। ਨਵਜੋਤ ਸਿੰਘ ਸਿੱਧੂ ਹੋ ਸਕਦਾ ਆਪਣੇ ਕੰਮਾਂ ਧੰਦਿਆਂ 'ਚ ਪਰਤ ਜਾਣ, ਲੇਕਿਨ ਪੰਜਾਬ ਦੇ ਮਸਲੇ ਉਵੇਂ ਦਾ ਉਵੇਂ ਖੜਿਆ। ਮੈਨੂੰ ਜ਼ਰੂਰ ਜਾਂਦੇ ਜਾਂਦੇ ਦੱਸਿਓ ਕਰਨਾਲ ਦੀ ਕੀ ਸਥਿਤੀ ਆ। ਕੱਲ ਜਿੱਥੇ ਮਹਾਪੰਚਾਇਤ ਹੋਣੀ ਆ, ਸੁਣਿਆ ਪੇਸ਼ਬੰਦੀਆਂ ਸਖਤ ਨੇ ਔਰ ਜੇਕਰ ਉੱਥੇ ਕੋਈ ਟਕਰਾਅ ਹੁੰਦਾ ਹੈ ਤਾਂ ਉਹਦੇ ਨਤੀਜੇ ਘਾਤਕ ਨਾ ਹੋਣ, ਇਹਦੇ ਲਈ ਕੀ ਕੀਤਾ ਜਾ ਰਿਹਾ? ਜੋ ਕਰਨਾਲ ਦੇ ਵਿੱਚ ਜਿਸ ਤਰੀਕੇ ਦੇ ਪੁਲਿਸ ਦੇ ਅਰੇਂਜਮੈਂਟ ਹੈਗੇ ਨੇ ਔਰ ਕਰਨਾਲ ਦੀ ਸਾਰੀ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ, ਉਹਦੇ ਵਿੱਚ ਬੜੀ ਵੱਡੀ ਮਾਤਰਾ ਦੇ ਵਿੱਚ ਫੋਰਸ ਡਿਪਲੋਏ ਕਰ ਦਿੱਤੀ ਗਈ ਹੈ। ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀ ਗਈ ਹੈ, ਇੱਥੇ ਤੱਕ ਕਿ ਮੋਬਾਈਲ ਵੀ ਬੰਦ ਕਰ ਦਿੱਤੇ ਗਏ ਨੇ। ਔਰ ਕੋਸ਼ਿਸ਼ ਹੈ ਕਿ ਇਸ ਮਹਾਪੰਚਾਇਤ ਦੇ ਵਿੱਚ ਉਹਨੇ ਲੋਕੀ ਨਾ ਪਹੁੰਚਣ ਤਾਂ ਕਿ ਇਸ ਮਹਾਪੰਚਾਇਤ ਨੂੰ ਬਿਲਕੁਲ ਫੇਲ ਦਿਖਾਇਆ ਜਾ ਸਕੇ। ਟਕਰਾਅ ਦੀ ਸਥਿਤੀ ਬਣੀ ਹੋਈ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਕੱਲ ਕਰਨਾਲ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ। ਜੇ ਕਿਸਾਨ ਵੀ ਆਪਣੀ ਗੱਲ ਤੇ ਅੜੇ ਰਹੇ, ਸਰਕਾਰ ਨੇ ਵੀ ਜੋ ਤਿਆਰੀਆਂ ਕੀਤੀ ਹੈ ਉਹਦੇ ਉੱਤੇ ਐਕਸ਼ਨ ਲੈ ਲਿਆ ਤੇ ਕਰਨਾਲ ਦੇ ਵਿੱਚ ਉਹ ਕੁਝ ਹੋਏਗਾ ਜੋ ਹਜੇ ਤੱਕ ਸਿੰਘੂ ਬਾਰਡਰ ਦੇ ਵਿੱਚ ਕਰਨ ਦੀ ਕੋਸ਼ਿਸ਼ ਤੇ ਕਰਦੀ ਸੀ ਸਰਕਾਰਾਂ, ਖਾਸ ਕਰਕੇ ਕੇਂਦਰ ਦੀ ਸਰਕਾਰਾਂ, ਪਰ ਕਦੀ ਕਰ ਨਹੀਂ ਪਾਈ। ਪਿੱਛੇ ਲਾਠੀਚਾਰਜ ਹੋਇਆ ਕਰਨਾਲ ਦੇ ਵਿੱਚ ਹੀ ਕਿਸਾਨਾਂ ਦੇ ਉੱਤੇ। SDM ਦੀ ਵਾਇਰਲ ਹੋਈ ਵੀਡੀਓ ਦੇ ਵਿੱਚ ਸਾਫ਼ ਦੱਸਿਆ ਗਿਆ ਕਿ ਉਹ ਇੰਸਟਰਕਸ਼ਨ ਦੇ ਰਹੇ ਨੇ ਪੁਲਿਸ ਵਾਲਿਆਂ ਨੂੰ ਕਿ ਵੀ ਤੁਸੀਂ ਸਿੱਧਾ ਸਿਰ ਤੇ ਵਾਰ ਕਰਨਾ ਹੈ, ਸਿਰ ਫੋੜ ਦਿਓ ਇਹਨਾਂ ਦੇ। ਤੇ ਕੱਲ ਉਹੀ ਚੀਜ਼ ਕਰਨਾਲ ਦੇ ਵਿੱਚ ਦੁਬਾਰਾ ਹੋਣ ਦੀ ਪੂਰੀ ਸੰਭਾਵਨਾ ਹੈ। ਪਰ ਕਿਸਾਨਾਂ ਦਾ ਜੋਸ਼ ਪੂਰਾ ਬਣਿਆ ਹੋਇਆ ਹੈ। ਉਹ ਇੱਥੋਂ ਕਿਤੋਂ ਕਾਫੀ ਲੋਕ ਤਾਂ ਐਡਵਾਂਸ ਦੇ ਵਿੱਚ ਉੱਥੇ ਪਹੁੰਚ ਗਏ ਨੇ ਔਰ ਜਿੰਨਾ ਕੁ ਪੁਲਿਸ ਦਾ ਬੰਦੋਬਸਤ ਹੈ ਉਹਨਾਂ ਕੁ ਹੀ ਜੋਸ਼ ਕਿਸਾਨਾਂ ਦੇ ਵਿੱਚ ਜ਼ਿਆਦਾ ਹੈਗਾ ਤੇ ਟਕਰਾਅ ਤੇ ਕੱਲ ਹੋ ਸਕਦਾ ਹੈ। ਸਾਡੀ ਤੁਹਾਡੀ ਇਹਦੇ ਉੱਤੇ ਨਜ਼ਰ ਬਣੀ ਰਹੀ। ਕੁਦਰਤੀ ਤੌਰ ਤੇ ਜਿੰਨੇ ਵੀ ਮੀਡੀਆ, ਖਾਸ ਤੌਰ ਤੇ ਵੈਬ ਪੋਰਟਲ ਨੇ ਜਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਉਹਨਾਂ ਨੂੰ ਇੰਟਰਨੈਟ ਦੀ ਸਹੂਲਤ ਬੜੀ ਜ਼ਰੂਰੀ ਚਾਹੀਦੀ ਹੁੰਦੀ ਆ। ਉੱਥੋਂ ਲਗਾਤਾਰ ਲੋਕ ਅੱਜ ਕੱਲ੍ਹ ਆਪਣੇ ਮੋਬਾਈਲ ਤੋਂ ਲਾਈਵ ਕਰਦੇ ਆ। ਸੋਸ਼ਲ ਮੀਡੀਆ ਦੀ ਸਰਗਰਮੀ ਬੜੀ ਹੁੰਦੀ ਆ।
ਗਵਰਨਮੈਂਟ ਸ਼ਾਇਦ ਉਹ ਚੀਜ਼ਾਂ ਦਿਖਾਉਣਾ ਨਹੀਂ ਚਾਹੁੰਦੀ, ਜਾਂ ਜਿਸ ਤਰੀਕੇ ਨਾਲ ਯੂਪੀ ਦੇ ਵਿੱਚੋਂ ਮੁਜ਼ੱਫਰਨਗਰ ਦੇ ਵਿੱਚੋਂ ਮੈਸੇਜ ਗਿਆ ਕਿ ਬੜੇ ਸੰਗਠਿਤ ਹੋ ਗਿਆ, ਲੱਖਾਂ ਦੀ ਤਾਦਾਦ ਸੀ, ਕਰਨਾਲ ਦੇ ਵਿੱਚ ਜੇ ਇੰਜ ਚੱਲਦਾ ਹੈ ਤਾਂ ਗਵਰਨਮੈਂਟ ਨੂੰ ਮੁਸ਼ਕਲ ਆਊਗੀ। ਹਾਲਾਂਕਿ ਕੋਈ ਵੀ ਸਰਕਾਰ ਟਕਰਾਅ ਤੋਂ ਬਚਦੀ ਹੈ। ਉਹਨਾਂ ਨੇ ਪਿੱਛੇ ਦੇਖਿਆ ਹੈ ਜੋ ਵਾਪਰਿਆ ਹੈ, ਉਹਦੇ ਨਾਲ ਹੁਣ ਸੰਬੰਧਿਤ ਜਿਹੜੇ ਅਗਲੇ ਮਸਲੇ ਆ, ਕੋਈ ਵੀ ਸਰਕਾਰ ਨਹੀਂ ਚਾਹੂਗੀ ਕਿ ਫਿਰ ਲਾਠੀਚਾਰਜ ਹੋਵੇ, ਫਿਰ ਸੁਰਖੀ ਬਣੇ। ਲੇਕਿਨ ਇhtiyਾਤ ਵਜੋਂ ਗਵਰਨਮੈਂਟ ਕਰ ਰਹੀ ਆ। ਹੁਣ ਦੇਖਣਾ ਇਹ ਆ ਕਿ ਇਹ ਰੈਲੀ ਦਿਖਾਈ ਕਿਵੇਂ ਜਾਂਦੀ ਆ, ਮੇਨ ਸਟ੍ਰੀਮ ਦਾ ਮੀਡੀਆ ਇਹਨੂੰ ਕਿਵੇਂ ਲੈਂਦਾ, ਉੱਥੇ ਕਿੰਨੇ ਕੁ ਲੋਕ ਪਹੁੰਚਦੇ ਆ, ਲੋਕਾਂ ਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾਂਦਾ, ਇਹਨਾਂ ਦਾ ਆਪਣਾ ਕਿਸਾਨਾਂ ਦਾ ਅਨੁਸ਼ਾਸਨ ਕਿਹੋ ਜਿਹਾ ਹੁੰਦਾ, ਤੇ ਗਵਰਨਮੈਂਟ ਦੀ ਅਪਰੋਚ ਕੀ ਹੁੰਦੀ ਆ। ਭਾਸਕਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।